15ਵੀं पौड़ी 16ਵੀਂ। रतना देखे सब को रतन पारखू विरला कोई। राग नाद सब को सुनै शब्द सुरत समझै विरलोई। वाहिगुरु जी का खालसा वाहिगुरु जी की फतेह। रतना देखे सब को रतन पारखू विरला कोई। ਭਾਈ ਗੁਰਦਾਸ ਜੀ 16ਵੀਂ ਪੌੜੀ ਦੇ ਵਿੱਚ ਗੁਰੂ ਅਤੇ ਚੇਲੇ ਦੀ ਜੋ ਇੱਕ ਰਿਸ਼ਤਾ ਹੈ, ਜੋ ਇੱਕ ਸਰਬੰਧ ਹੈ, ਉਸ ਦੇ ਬਾਰੇ ਆਪਾਂ ਨੂੰ ਸਮਝਾਉਂਦੇ ਹਨ। ਕਹਿੰਦੇ ਵੀ ਸਿੱਖ ਜਿਹੜਾ ਹੈ ਉਹ ਕਿਵੇਂ ਬਣਦਾ ਹੈ, ਸਿੱਖ ਕੌਣ ਹੁੰਦਾ ਹੈ, ਤੇ ਗੁਰੂ ਪਾਤਸ਼ਾਹ ਜੀ ਉਹਨਾਂ ਵਾਸਤੇ ਕੀ ਕਰਦੇ ਨੇ, ਤੇ ਗੁਰੂ ਤੇ ਸਿੱਖ ਦਾ ਜਿਹੜਾ ਰਿਲੇਸ਼ਨਸ਼ਿਪ ਹੈ ਇਹਦੇ ਵਿੱਚੋਂ ਪ੍ਰਾਪਤ ਕੀ ਹੁੰਦਾ ਹੈ, ਕੀ ਮਿਲਦਾ ਹੈ। ਬੜਾ ਸੋਹਣਾ ਜਿਹੜਾ ਹੈ ਐਗਜ਼ਾਮਪਲ ਦੇ ਕੇ, ਦ੍ਰਿਸ਼ਟਾਂਤ ਦੇ ਕੇ ਭਾਈ ਗੁਰਦਾਸ ਜੀ ਕਹਿੰਦੇ ਹਨ, ਰਤਨਾ ਦੇਖੈ ਸਭ ਕੋ। ਪਹਿਲਾ ਐਗਜ਼ਾਮਪਲ ਹੈ ਕਹਿੰਦੇ ਰਤਨ, ਜੋ ਜਿਹੜੇ ਹਨ ਪ੍ਰੈਸ਼ੀਅਸ ਸਟੋਨਸ ਹਨ। ਕਹਿੰਦੇ ਜਿਹੜੇ ਰਤਨ ਹੋਇਆ ਕਰਦੇ ਹਨ, ਜਿਨ੍ਹਾਂ ਨੂੰ ਹੀਰੇ ਕਹਿ ਦਈਏ, ਜਵਰਾਤ ਕਹਿ ਦਈਏ, ਜਾਂ ਰੂਬੀਜ਼ ਕਹਿ ਦਈਏ, ਡਾਇਮੰਡਸ ਕਹਿ ਦਈਏ, ਸੋ ਇਹ ਸਾਰੇ ਜਿਹੜੇ ਪੱਥਰ ਹਨ, ਜਿਹੜੇ ਅਮੋਲਕ, ਜਿਨ੍ਹਾਂ ਨੂੰ ਰਤਨ ਕਿਹਾ ਜਾਂਦਾ ਹੈ, ਇਹ ਸਾਰੇ ਇਹ ਪੱਥਰਾਂ ਨੂੰ ਦੇਖਣ ਵਾਸਤੇ ਤਾਂ ਸਾਰੇ ਦੇਖ ਸਕਦੇ ਹਨ। ਐਵਰੀਬਾਡੀ ਕੈਨ ਸੀ। ਸੋ ਹਰ ਕੋਈ ਦੇਖ ਕੇ ਡਾਇਮੰਡ ਨੂੰ ਕਹਿ ਸਕਦਾ ਹੈ ਇਹ ਡਾਇਮੰਡ ਹੈ, ਬੜਾ ਸੁੰਦਰ ਹੈ, ਇਹ ਜਿਹੜਾ ਹੈ ਇਹਦੇ ਚੋਂ ਪ੍ਰਕਾਸ਼ ਆਉਂਦਾ ਹੈ, ਇਹ ਲਾਲ ਰੰਗ ਦਾ ਹੈ, ਇਹ ਹਰੇ ਰੰਗ ਦਾ ਹੈ, ਇਹ ਜਿਹੜਾ ਹੈ ਨੀਲੇ ਰੰਗ ਦਾ ਹੈ। ਹਰ ਕੋਈ ਕਹਿ ਸਕਦਾ ਹੈ, ਦੇਖਣ ਨੂੰ ਤਾਂ ਹਰ ਕੋਈ ਦੇਖ ਸਕਦਾ ਹੈ, ਪਰ ਰਤਨ ਪਾਰਖੂ ਵਿਰਲਾ ਕੋਈ। ਪਰ ਕੋਈ ਵਿਰਲਾ ਹੀ ਹੁੰਦਾ ਹੈ ਜਿਹੜਾ ਇਹ ਰਤਨ ਦੀ ਪਰਖ ਕਰਦਾ ਹੈ, ਜਿਹਨੂੰ ਪਤਾ ਹੁੰਦਾ ਹੈ ਵੀ ਇਹ ਰਤਨ ਜਾਂ ਕਿੰਨੇ ਕੈਰਟ ਹੈ, ਇਹ ਜਿਹੜਾ ਹੈ ਕਿੰਨਾ ਕੁ ਮਹਿੰਗਾ ਹੈ, ਇਸ ਦਾ ਕਿੰਨਾ ਕੁ ਭਾਰ ਹੈ, ਇਸ ਦਾ ਵੈਲਿਊ ਕਿੰਨਾ ਕੁ ਹੈ, ਤੇ ਇਹ ਪੱਥਰ ਦਾ ਅਸਲੀਅਤ ਵਿੱਚ ਨਾਂ ਕੀ ਹੈ, ਇਹ ਕਿੱਥੋਂ ਨਿਕਲਦਾ ਹੈ, ਕਿਵੇਂ ਇਹ ਆਉਂਦਾ ਹੈ, ਤੇ ਇਸ ਨੂੰ ਜਿਹੜਾ ਸ਼ਿੰਗਾਰਿਆ ਘੜਿਆ ਕਿਵੇਂ ਜਾਂਦਾ ਹੈ। ਸੋ ਉਹ ਤਾਂ ਕੋਈ ਵਿਰਲਾ ਹੀ ਹੁੰਦਾ ਹੈ, ਉਹ ਤਾਂ ਸਿਰਫ ਇੱਕ ਜੁਵਲਰ ਹੈ ਜੋ ਰਤਨ ਨੂੰ ਦੇਖ ਕੇ ਉਹਦੀ ਕੀਮਤ ਪਾ ਸਕਦਾ ਹੈ। ਰਾਗ ਨਾਦ ਸਭ ਕੋ ਸੁਣੈ। ਰਾਗ ਤੇ ਨਾਦ, ਰਾਗ ਜਿਹੜੇ ਰਾਗ ਹੁੰਦੇ ਨੇ ਤੇ ਨਾਦ ਜਿਹੜੇ ਨਾਲ ਉਹਨਾਂ ਦੇ ਰਿਦਮ ਹੁੰਦੀ ਹੈ, ਇਹ ਤਾਂ ਹਰ ਕੋਈ ਸੁਣ ਸਕਦਾ ਹੈ। ਹਰ ਕੋਈ ਕੰਨਾਂ ਨਾਲ ਸੁਣ ਕੇ ਕਹਿੰਦਾ ਜੀ ਆਹ ਜਿਹੜਾ ਹੈ ਇਹ ਰਾਗ ਸੋਹਣਾ ਹੈ, ਇਹ ਰਿਦਮ ਜਿਹੜਾ, ਇਹ ਨਾਦ, ਇਹ ਧੁਨ ਬਹੁਤ ਸੋਹਣੀ ਹੈ। ਸ਼ਬਦ ਸੁਰਤ ਸਮਝੈ ਵਿਰਲੋਈ। ਪਰ ਸ਼ਬਦ ਵਿੱਚ ਸੁਰਤੀ ਨੂੰ ਜੋੜ ਕਰਕੇ ਉਸ ਨੂੰ ਸਮਝ ਲੈਣਾ, ਉਹਨੂੰ ਆਪਣੇ ਅੰਤਰ ਆਤਮੇ ਉਸ ਸ਼ਬਦ ਨੂੰ ਸਮਝਣਾ, ਇਹ ਤਾਂ ਕੋਈ ਵਿਰਲਾ ਹੀ ਜਾਣਦਾ ਹੈ। ਕਿਉਂਕਿ ਐਸਾ ਆਪਾਂ ਦੇਖਦੇ ਹਾਂ, ਕੀਰਤਨ ਕਰਨ ਵਾਲੇ ਸੁਰੀਲੀ ਆਵਾਜ਼ ਦੇ ਵਿੱਚ ਚੰਗਾ ਰਾਗ ਗਾ ਕੇ, ਚੰਗੀ ਜਿਹੜੀ ਹੈ ਉਸਦੀ ਧੁਨ ਵਿੱਚ ਗਾ ਕੇ ਮਨਾਂ ਨੂੰ ਖਿੱਚ ਲੈਂਦੇ ਨੇ, ਤੇ ਉਹ ਮਨ ਜਿਹੜੇ ਹਨ ਫਿਰ ਕਹਿੰਦੇ ਨੇ ਜੀ ਬੜਾ ਸੋਹਣਾ ਗਾਇਆ ਇਸਨੇ। ਪਰ ਕਹਿੰਦੇ ਹੁਣ ਸ਼ਬਦ ਵਿੱਚ ਕੋਈ ਸੁਰਤੀ ਜੋੜੇਗਾ, ਉਹ ਸ਼ਬਦ ਵਿੱਚ ਆਪਣੀ ਕਨਸੈਂਟਰੇਸ਼ਨ ਨੂੰ ਜੋੜੇਗਾ, ਤੇ ਫਿਰ ਹੀ ਉਹ ਸ਼ਬਦ ਦੀ ਸਮਝ ਪਏਗੀ ਨਾ, ਫਿਰ ਹੀ ਉਹਨੂੰ ਆਪਣੇ ਅੰਤਰ ਆਤਮੇ ਪਰਮਾਤਮਾ ਦਾ ਅਹਿਸਾਸ ਹੋਵੇਗਾ। ਹੁਣ ਰਾਗ ਨਾਦ ਤਾਂ ਹਰ ਕੋਈ ਸੁਣ ਸਕਦਾ ਹੈ, ਹਰ ਕੋਈ ਜਿਹੜਾ ਹੈ ਕਰ ਵੀ ਸਕਦਾ ਹੈ, ਸੁਣ ਵੀ ਸਕਦਾ ਹੈ, ਪਰ ਉਹ ਸ਼ਬਦ ਦੇ ਵਿੱਚ ਸੁਰਤੀ ਜੋੜ ਕੇ ਉਸ ਦੇ ਵਿੱਚ ਪਰਮਾਤਮਾ ਦੀ ਐਨਲਾਈਟਮੈਂਟ ਜਿਹੜੀ ਦੇਖਣੀ ਹੈ, ਕਹਿੰਦੇ ਉਹ ਤਾਂ ਕੋਈ ਵਿਰਲਾ ਹੀ ਹੈ, ਉਹ ਤਾਂ ਕੋਈ ਵਿਰਲਾ ਹੀ ਦੇਖ ਸਕਦਾ ਹੈ। ਗੁਰ ਸਿੱਖ ਰਤਨ ਪਦਾਰਥਾਂ। ਇਸੇ ਪ੍ਰਕਾਰ ਕਹਿੰਦੇ ਗੁਰੂ ਤੇ ਸਿੱਖ ਕਹਿੰਦੇ ਰਤਨ ਪਦਾਰਥ ਹਨ। ਗੁਰੂ ਵੀ ਇੱਕ ਰਤਨ ਹੈ, ਸਿੱਖ ਵੀ ਇੱਕ ਰਤਨ ਹੈ। ਸਾਧ ਸੰਗਤ ਮਿਲ ਮਾਲ ਪਰੋਈ। ਤੇ ਸਾਧ ਸੰਗਤ ਇੱਕ ਉਹ ਧਾਗਾ ਹੈ ਜਿਹਦੇ ਵਿੱਚ ਗੁਰੂ ਤੇ ਸਿੱਖ ਦਾ ਜਿਹੜਾ ਮੇਲ ਹੁੰਦਾ ਹੈ, ਜਿੱਥੇ ਗੁਰੂ ਤੇ ਸਿੱਖ ਨੂੰ ਇੱਕ ਨੈਕਲਸ ਦੇ ਰੂਪ ਵਿੱਚ ਪਰੋਇਆ ਜਾਂਦਾ ਹੈ। ਹੁਣ ਇੱਥੇ ਭਾਈ ਗੁਰਦਾਸ ਨੇ ਦੋ ਲਫ਼ਜ਼ ਕਹੇ ਹਨ, ਇੱਕ ਗੁਰੂ ਹੈ, ਇੱਕ ਸਿੱਖ ਹੈ। ਗੁਰੂ ਵਾਸਤੇ ਰਤਨ ਸ਼ਬਦ ਵਰਤਿਆ ਹੈ, ਸਿੱਖ ਵਾਸਤੇ ਪਦਾਰਥ ਰਤਨ ਵਰਤਿਆ ਹੈ। ਹੁਣ ਇਹ ਸ਼ਬਦ ਜਿਹੜਾ ਪਦਾਰਥ ਹੈ, ਇਹ ਪਦਾਰਥ ਕੀ ਹੈ, ਇਸ ਦੀ ਕੀਮਤ ਭਾਵੇਂ ਰਤਨ ਨਾਲੋਂ ਘੱਟ ਹੋਵੇ, ਪਰ ਉਹ ਇੱਕ ਪਦਾਰਥ ਬਣਦਾ ਹੈ। ਜਿਹੜਾ ਕੋਈ ਸਿੱਖ ਬਣਦਾ ਹੈ ਨਾ, ਉਹਦੀ ਇੱਕ ਜਿਹੜਾ ਹੈ ਉਹਦੀ ਸ਼ਖਸੀਅਤ ਬਣਦੀ ਹੈ, ਉਹ ਕੋਈ ਉਸਦਾ ਜਿਹੜਾ ਹੈ, ਉਸਦਾ ਜਿਹੜਾ ਹੈ ਕਹਿ ਲਈਏ ਵੀ ਉਹਦਾ ਕੋਈ ਵੈਲਿਊ ਬਣ ਜਾਂਦਾ ਹੈ। ਪਰ ਕਹਿੰਦੇ ਇਹ ਗੱਲ ਜ਼ਰੂਰੀ ਹੈ, ਡਾਇਮੰਡ ਇੱਕ ਹੁੰਦਾ ਹੈ, ਉਹਦੇ ਨਾਲ ਜਿੰਨੇ ਹੀਰੇ ਲੱਗੇ ਜਾਂਦੇ ਨੇ, ਰੂਬੀ ਇੱਕ ਹੁੰਦਾ ਹੈ, ਡਾਇਮੰਡ ਉਹਦੇ ਆਲੇ ਦੁਆਲੇ ਸਜਦੇ ਹਨ।
ਇਸੇ ਪ੍ਰਕਾਰ ਕਹਿੰਦੇ ਸੰਗਤ ਦੇ ਵਿੱਚ ਗੁਰੂ ਰੂਪ ਰਤਨ ਹੈ ਤੇ ਨਾਲ ਉਹਦੇ ਹੀਰਿਆਂ ਰੂਪੀ ਪਦਾਰਥ ਜਿਹੜੇ ਲੱਗੇ ਹੁੰਦੇ ਨੇ ਉਹ ਹਾਰ ਦੇ ਸ਼ਿੰਗਾਰ ਨੂੰ ਵਧਾਉਂਦੇ ਨੇ। ਉਹ ਇੱਕ ਜਿਹੜਾ ਹਨ ਸੰਪੂਰਨ ਨੈਕਲਸ ਬਣਦਾ ਹੈ। ਜਿਵੇਂ ਹੀਰੇ ਹੀਰਾ ਵਿਦਿਆ, ਦੇਖੋ ਹੀਰੇ ਨਾਲ ਹੀਰਾ ਜੋੜਿਆ ਜਾਂਦਾ ਹੈ, ਹੀਰੇ ਦੇ ਨਾਲ ਹੀਰਾ ਬੰਨਿਆ ਜਾਂਦਾ ਹੈ, ਹੀਰੇ ਦੇ ਨਾਲ ਹੀਰਾ ਪਰੋਇਆ ਜਾਂਦਾ ਹੈ। ਸ਼ਬਦ ਸੁਰਤ ਮਿਲ ਪਰਚਾ ਹੋਈ। ਇਸੇ ਪ੍ਰਕਾਰ ਗੁਰੂ ਦੀ ਸੰਗਤ ਕਰਕੇ ਜਿਵੇਂ ਉਹ ਜਿਹੜੇ ਪਦਾਰਥ ਰੂਪੀ ਸਿੱਖ ਸਨ ਉਹ ਵੀ ਹੀਰੇ ਵਰਗੇ ਹੋ ਗਏ, ਉਹਨਾਂ ਦੀ ਸੋਭਾ ਵੀ ਹੀਰੇ ਵਰਗੀ ਹੋ ਗਈ ਤੇ ਸ਼ਬਦ ਤੇ ਸੁਰਤ ਦਾ ਮੇਲ ਵੀ ਐਸਾ ਹੀ ਹੈ ਜਿਵੇਂ ਹੀਰਾ ਹੀਰੇ ਦੇ ਨਾਲ ਪਰੋਇਆ ਜਾਂਦਾ ਹੈ ਤੇ ਇੱਕ ਦੂਜਾ ਹੀਰਾ ਇੱਕ ਦੂਜੇ ਦੀ ਜਿਹੜੀ ਹੈ ਖੂਬਸੂਰਤ ਨੂੰ ਵਧਾਉਂਦਾ ਹੈ, ਉਸ ਦੀ ਅਹਿਮੀਅਤ ਨੂੰ ਵੈਲਿਊ ਦਿੰਦਾ ਹੈ। ਇਸੇ ਪ੍ਰਕਾਰ ਮੇਲ ਪਰਚਾ ਹੋਈ। ਇਸੇ ਕਰਕੇ ਗੁਰੂ ਤੇ ਸਿੱਖ ਦਾ ਮੇਲ ਜਿਹੜਾ ਹੁੰਦਾ ਉਹ ਇੱਕ ਕੰਪਲੀਟ ਬਣ ਜਾਂਦਾ ਹੈ, ਕੰਪਲੀਟ ਹੋ ਜਾਂਦਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੇ ਦੁਨੀਆ ਨੂੰ ਜਿਹੜਾ ਹੈ ਪ੍ਰਚਾਰ ਕਰਕੇ ਸਤਿਗੁਰਾਂ ਨੇ ਪਰਮੇਸ਼ਰ ਦਾ ਜਿਹੜਾ ਹਨ ਮਹਾਰਾਜ ਨੇ ਪਰਮੇਸ਼ਰ ਦੀ ਹੈਸੀਅਤ ਨੂੰ, ਪਰਮੇਸ਼ਰ ਦੀ ਐਗਜ਼ਿਸਟੈਂਸ ਨੂੰ ਉਹਨਾਂ ਵਾਸਤੇ ਓਬਵੀਅਸ ਕੀਤਾ, ਉਹਨਾਂ ਵਾਸਤੇ ਪ੍ਰਗਟ ਕੀਤਾ। ਪਰ ਇੱਕ ਗੱਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਕਰਤਾਰਪੁਰ ਆਉਂਦੇ ਨੇ, ਜਦੋਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਲਹਿਣਾ ਦਾ ਰੂਪ ਵਿੱਚ ਆਉਂਦੇ ਨੇ, ਉਹਨਾਂ ਦੀ ਸੇਵਾ ਕਰਦੇ ਨੇ, ਪਰ ਕੰਪਲੀਟ ਜਿਹੜਾ ਉਦੋਂ ਹੁੰਦਾ ਹੈ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਦਿੰਦੇ ਨੇ। ਉੱਥੇ ਇੱਕ ਸੰਪੂਰਨ ਗੁਰੂ ਹੈ ਤੇ ਇੱਕ ਪੂਰਨ ਗੁਰਸਿੱਖ ਹੈ, ਜਿਹਨੂੰ ਗੁਰੂ ਨਾਨਕ ਨੇ ਆਪਣਾ ਰੂਪ ਬਣਾ ਕੇ ਆਪਣੀ ਗੁਰਤਾ ਗੱਦੀ ਤੇ ਬਿਠਾ ਕੇ ਗੁਰੂ ਅੰਗਦ ਕਰਕੇ ਪ੍ਰਗਟ ਕੀਤਾ। ਇਹ ਗੱਲ ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਹੀਰੇ ਦੇ ਨਾਲ ਹੀਰਾ ਜਿਹੜਾ ਹੈ ਉਹ ਪਰੋਇਆ ਜਾਂਦਾ ਹੈ। ਹੁਣ ਦੇਖੋ ਹੀਰਾ ਹੀਰੇ ਦੇ ਨਾਲ ਮਿਲ ਗਿਆ, ਉਹ ਦੋ ਹੀਰਿਆਂ ਵਿੱਚ ਹੁਣ ਫਰਕ ਨਹੀਂ ਨਜ਼ਰ ਆਉਂਦਾ। ਜਿਵੇਂ ਗੁਰੂ ਨਾਨਕ ਤੇ ਗੁਰੂ ਅੰਗਦ ਦੇ ਵਿੱਚ ਕੋਈ ਫਰਕ ਨਹੀਂ ਰਿਹਾ। ਪਾਰ ਬ੍ਰਹਮ ਪੂਰਨ ਬ੍ਰਹਮ, ਦੇਖੋ ਪਾਰ ਬ੍ਰਹਮ ਜੋ ਬ੍ਰਹਮਾ ਦੀ ਕੀਰਤੀ ਤੋਂ ਪਰੇ ਹੈ, ਜੋ ਪਰਮੇਸ਼ਰ ਕਿਸੇ ਵੀ ਬਣਾਵਟ ਤੋਂ ਪਰੇ ਹੈ, ਉਹ ਆਦ ਰੂਪੀ ਹੈ। ਤੇ ਪੂਰਨ ਬ੍ਰਹਮ, ਉਹ ਪੂਰਨ ਕਰਕੇ ਬ੍ਰਹਮ ਰੂਪ ਹਨ, ਉਹੀ ਅਸਲੀ ਕ੍ਰੀਏਟਰ ਹੈ। ਬ੍ਰਹਮਾ ਨੂੰ ਤਾਂ ਥਾਪਿਆ ਗਿਆ ਵੀ ਤੇਰਾ ਕੰਮ ਹੈ, ਤੇਰਾ ਕਾਰਜ ਹੈ, ਤੂੰ ਇਹ ਕਰਨਾ ਹੈ, ਪਰ ਬਣਾਉਣ ਵਾਲਾ ਜਿਹੜਾ ਪੂਰਨ ਬ੍ਰਹਮ ਤਾਂ ਪਰਮੇਸ਼ਰ ਆਪ ਹੀ ਹੈ। ਗੁਰ ਗੋਬਿੰਦ ਸਿਆਣੇ ਸੋਈ, ਦੇਖੋ ਉਹੀ ਕਹਿੰਦੇ ਉਹੀ ਰੂਪ ਗੁਰੂ ਨਾਨਕ ਦੇਵ ਜੀ ਹਨ, ਉਹੀ ਗੁਰੂ ਰੂਪ ਹੋ ਕੇ ਸੰਸਾਰ ਵਿੱਚ ਆਏ, ਜੋ ਗੋਬਿੰਦ ਰੂਪ ਆਪ ਹਨ, ਜੋ ਨਿਰਗੁਣ ਸਰੂਪ ਦੇ ਵਿੱਚ ਸਾਰਿਆਂ ਨੂੰ ਸਸਤੇਨ ਕਰਨ ਵਾਲੇ ਨੇ। ਉਹੀ ਪਰਮੇਸ਼ਰ ਤੇ ਗੁਰੂ ਨਾਨਕ ਇੱਕ ਰੂਪ ਨੇ। ਕਹਿੰਦੇ ਸਿਆਣੇ ਸੋਈ, ਇਹਨਾਂ ਨੂੰ ਸਿਆਣਦਾ ਕੌਣ ਹੈ? ਕੌਣ ਰੈਕਗਨਾਈਜ਼ ਕਰਦਾ ਹੈ ਕਿ ਗੁਰੂ ਨਾਨਕ ਤੇ ਰੱਬ ਵਿੱਚ, ਵਾਹਿਗੁਰੂ ਵਿੱਚ ਕੋਈ ਫਰਕ ਨਹੀਂ, ਵਾਹਿਗੁਰੂ ਹੀ ਗੁਰੂ ਨਾਨਕ ਹੈ, ਗੁਰੂ ਨਾਨਕ ਹੀ ਵਾਹਿਗੁਰੂ ਹੈ। ਕਹਿੰਦੇ ਉਹੀ ਸਿਆਣਦੇ ਨੇ ਜਿਨ੍ਹਾਂ ਨੇ ਆਪਣੀ ਸੁਰਤ ਨੂੰ ਸ਼ਬਦ ਵਿੱਚ ਜੋੜਿਆ ਹੈ, ਜਿਨ੍ਹਾਂ ਨੂੰ ਗੁਰੂ ਨਾਨਕ ਦੀ ਕਿਰਪਾ ਹੋਈ। ਗੁਰੂ ਨਾਨਕ ਨੇ ਇਹ ਮਾਣ ਦਿੱਤਾ ਕਿ ਉਹਨਾਂ ਨੂੰ ਆਪਣੇ ਬਰਾਬਰ ਤੇ ਰੱਖਿਆ ਤੇ ਉਹਨਾਂ ਦੇ ਵਿੱਚ ਹੀ ਇਹ ਜਿਹੜੀ ਹੈ ਗਿਆਨ ਆਉਂਦਾ ਹੈ ਕਿ ਪਰਮੇਸ਼ਰ ਦਾ ਰੂਪ ਹੀ ਗੁਰੂ ਨਾਨਕ ਹੈ। ਗੁਰੂ ਨਾਨਕ ਤੇ ਵਾਹਿਗੁਰੂ ਵਿੱਚ ਕੋਈ ਫਰਕ ਨਹੀਂ। ਦੇਖੋ ਵੈਰੀ ਕਲੀਅਰਲੀ ਭਾਈ ਗੁਰਦਾਸ ਨੇ ਇੱਥੇ ਦੱਸਿਆ, there's no difference between ਗੁਰੂ ਨਾਨਕ and ਵਾਹਿਗੁਰੂ himself। ਪਾਰ ਬ੍ਰਹਮ ਪੂਰਨ ਬ੍ਰਹਮ, ਉਹ ਪਰਮੇਸ਼ਰ ਜਿਹੜਾ ਪੂਰਨ ਬ੍ਰਹਮ ਹੈ। ਗੁਰ ਗੋਬਿੰਦ ਸਿਆਣੇ ਸੋਈ, ਉਹ ਸਿਆਣਿਆ ਜਾਂਦਾ ਹੈ, ਉਹ ਇੱਕੇ ਰੂਪ ਹੈ। ਗੁਰਮੁਖ ਸੁਖ ਫਲ ਸਹਿਜ ਕਰ, ਇਸ ਕਰਕੇ ਗੁਰਮੁਖ ਜਿਹੜੇ ਹੁੰਦੇ ਨੇ ਜਿਨ੍ਹਾਂ ਨੂੰ ਇਹ ਗਿਆਨ ਹੋ ਜਾਂਦਾ ਹੈ ਕਿ ਗੁਰੂ ਨਾਨਕ ਹੀ ਵਾਹਿਗੁਰੂ ਹੈ, ਤੇ ਫਿਰ ਕਹਿੰਦੇ ਗੁਰਮੁਖਾਂ ਨੂੰ ਕੀ ਮਿਲਦਾ ਹੈ? ਕਹਿੰਦੇ ਸੁਖ ਫਲ, ਉਹਨਾਂ ਨੂੰ ਫਲ ਰੂਪੀ ਸੁਖ ਮਿਲਦਾ ਹੈ। ਸੁਖ ਕੀ ਹੈ ਕਿ ਉਹਨਾਂ ਦਾ ਜਿਹੜਾ ਹਨ ਸਾਰੇ ਦੁੱਖ ਮਿਟ ਜਾਂਦੇ ਨੇ, ਉਹਨਾਂ ਦੇ ਵਾਸਤੇ ਸਾਰਾ ਜੀਵਨ ਹੀ ਜਿਹੜਾ ਹੈ ਉਹ ਪਰਮੇਸ਼ਰ ਦੇ ਸਿਮਰਨ ਦੇ ਵਿੱਚ ਲੱਗ ਜਾਂਦਾ ਹੈ। ਉਹ ਹਰ ਇੱਕ ਪਾਸੇ ਪਰਮੇਸ਼ਰ ਨੂੰ ਦੇਖਣਾ ਸ਼ੁਰੂ ਕਰਦੇ ਨੇ, ਉਹਨਾਂ ਨੂੰ ਦੁਨੀਆ ਵਿੱਚ ਸੁੱਖ ਤੇ ਦੁੱਖ ਦਾ ਕੋਈ ਫਰਕ ਨਜ਼ਰ ਨਹੀਂ ਆਉਂਦਾ। ਇਹ ਫਰਕ ਉਹਨਾਂ ਵਾਸਤੇ ਮੁੱਕ ਜਾਂਦੇ ਨੇ। ਇਸ ਕਰਕੇ ਸੁੱਖ ਫਲ ਕਹਿੰਦੇ ਜੋ ਪਰਮਾਤਮਾ ਸਾਰੀ ਦੁਨੀਆ ਨੂੰ ਸੁੱਖ ਦੇਣ ਵਾਲਾ ਹੈ, ਉਹ ਫਲ ਰੂਪ ਹੋ ਕੇ ਜਿਹੜਾ ਹੈ ਉਹਨਾਂ ਨੂੰ ਪ੍ਰਾਪਤ ਹੋ ਗਿਆ, ਉਹਨਾਂ ਨੂੰ ਮਿਲ ਗਿਆ ਉਹ ਪਰਮੇਸ਼ਰ ਵਿੱਚ ਮਿਲ ਗਏ ਹਨ। ਜਿਵੇਂ ਦਰਖਤ ਨੂੰ ਫਲ ਲੱਗਦਾ ਹੈ,
ਪਰਮਾਤਮਾ ਰੂਪੀ ਦਰਖਤ ਤਾਂ ਪਹਿਲਾਂ ਤੋਂ ਹੀ ਸੀ, ਪਰ ਉਹਨੂੰ ਜਿਹੜਾ ਹਨ ਫਲ ਲੱਗਿਆ, ਕਹਿੰਦੇ ਉਹ ਫਲ ਰੂਪੀ ਉਹ ਸਿੱਖ ਬਣ ਜਾਂਦੇ ਨੇ। ਉਹ ਦਰਖਤ ਦੇ ਫਲ ਰੂਪੀ ਹੋ ਕੇ ਉਸੇ ਜਿਹੜੇ ਹਨ ਦਰਖਤ ਨਾਲ ਜੁੜੇ ਰਹਿੰਦੇ ਨੇ, ਪਰ ਜਦੋਂ ਉਹ ਦਰਖਤ ਤੋਂ ਟੁੱਟਦੇ ਨੇ ਫਿਰ ਉਹ ਦੂਸਰਿਆਂ ਨੂੰ ਵੀ ਤਾਰ ਦਿੰਦੇ ਹਨ। ਪਰਮ ਪਿਆਲਾ ਜਾਣ ਜਨੋਈ। ਦੇਖੋ ਉਹਨਾਂ ਨੇ ਆਪਣੇ ਪਿਆਰ ਦਾ ਪਿਆਲਾ, ਪਰਮੇਸ਼ਰ ਦੇ ਪਿਆਰ ਦਾ ਪਿਆਲਾ, ਸਿਮਰਨ ਦਾ ਪਿਆਲਾ ਜਿਹੜਾ ਹੈ ਅੰਮ੍ਰਿਤ ਰੂਪ ਕਰਕੇ ਉਹਨਾਂ ਨੇ ਜਾਣ ਲਿਆ ਹੈ ਤੇ ਦੂਜਿਆਂ ਨੂੰ ਵੀ ਜਣਾ ਦਿੱਤਾ, ਦੂਜਿਆਂ ਨੂੰ ਵੀ ਦੱਸ ਦਿੱਤਾ ਹੈ, ਦੂਜਿਆਂ ਤੇ ਵੀ ਭਲਾ ਪਰ ਉਪਕਾਰ ਕੀਤਾ। ਗੁਰ ਚੇਲਾ ਚੇਲਾ ਗੁਰ ਹੋਈ। ਦੇਖੋ ਇੱਥੇ ਕਹਿੰਦੇ ਗੁਰ ਚੇਲਾ, ਗੁਰੂ ਨਾਨਕ ਦਾ ਚੇਲਾ ਭਾਈ ਲਹਿਣਾ ਕੀ ਬਣਿਆ? ਕਹਿੰਦੇ ਚੇਲਾ ਗੁਰ ਬਣ ਗਿਆ। ਭਾਈ ਲਹਿਣਾ ਗੁਰੂ ਅੰਗਦ ਬਣ ਕੇ ਤਖਤ ਤੇ ਬਹਿ ਗਏ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਮੱਥਾ ਟੇਕ ਕੇ ਉਹਨਾਂ ਦੀਆਂ ਪਰਿਕਰਮਾ ਕਰਕੇ ਉਹਨਾਂ ਨੂੰ ਜਿਹੜਾ ਹੈ ਆਪਣੇ ਤੋਂ ਵੀ ਵੱਡਾ ਜਨਾ ਦਿੱਤਾ। ਦੇਖੋ ਐਸੇ ਕਹਿੰਦੇ ਚੇਲਾ ਗੁਰੂ ਹੋਈ, ਚੇਲਾ ਗੁਰੂ ਬਣ ਜਾਂਦਾ ਹੈ ਤੇ ਗੁਰੂ ਤੇ ਚੇਲੇ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਜਿਸ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਨੇ ਬਾਬਾ ਅਮਰਦਾਸ ਨੂੰ ਤਖਤ ਤੇ ਬਿਠਾ ਕਰਕੇ ਆਪ ਸਤਿਗੁਰਾਂ ਨੇ ਮੱਥਾ ਟੇਕਿਆ, ਤੇ ਜਿਸ ਤਰ੍ਹਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਬਾਬਾ ਰਾਮਦਾਸ ਜੀ ਨੂੰ ਗੁਰੂ ਰਾਮਦਾਸ ਥਾਪ ਕਰਕੇ ਆਪ ਉਹਨਾਂ ਦੇ ਚਰਨਾਂ ਤੇ ਜਾ ਮੱਥਾ ਟੇਕਿਆ। ਇਸੇ ਪ੍ਰਕਾਰ ਦਸੇ ਗੁਰੂ ਸਾਹਿਬਾਨ ਨੇ ਐਸਾ ਹੀ ਕੀਤਾ, ਚੇਲੇ ਨੂੰ ਗੁਰੂ ਬਣਾ ਲਿਆ। ਸੋ ਇਹ ਜਿਹੜਾ ਹੈ, ਪਰ ਅਖੀਰ ਕਰ ਕੀ ਹੁੰਦਾ ਹੈ? ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਦੇ ਹਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਆਪਣੇ ਸਦੀਵੀ ਰੂਪ ਦੇ ਵਿੱਚ ਜਾ ਸਮਾਉਂਦੇ ਨੇ, ਆਪ ਹੀ ਸ਼ਬਦ ਰੂਪ ਹੋ ਕੇ ਪ੍ਰਗਟ ਹੋ ਜਾਂਦੇ ਨੇ, ਕਿਉਂਕਿ ਗੁਰੂ ਨਾਨਕ ਤੋਂ ਪਹਿਲਾਂ ਵੀ ਸ਼ਬਦ ਰੂਪ ਸੀਗੇ ਤੇ ਬਾਅਦ ਵਿੱਚ ਵੀ ਸ਼ਬਦ ਰੂਪੀ ਹੋ ਕੇ ਰਹਿ ਗਏ। ਪਰ ਇਹ ਸ਼ਬਦ ਰੂਪ ਦਾ ਇੱਕ ਫਰਕ ਪੈ ਗਿਆ ਕਿ ਪਹਿਲਾਂ ਦਾ ਸ਼ਬਦ ਕੋਈ ਦੇਖ ਨਹੀਂ ਸਕਦਾ ਸੀ। ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਪਹਿਲਾਂ ਪਰਮੇਸ਼ਰ ਸ਼ਬਦ ਰੂਪ ਸਨ, ਪਰ ਉਹ ਸ਼ਬਦ ਨੂੰ ਕੋਈ ਦੇਖ ਨਹੀਂ ਸਕਦਾ, ਕੋਈ ਪੜ੍ਹ ਨਹੀਂ ਸਕਦਾ ਸੀ। ਜਿਵੇਂ ਭਗਤ ਜਿਹੜੇ ਹਨ, ਭਗਤ ਜਨ ਹੋਏ ਹਨ, ਉਹਨਾਂ ਨੂੰ ਬੜਾ ਉਹਨਾਂ ਨੇ ਭਗਤੀ ਕੀਤੀ, ਗਿਆਨ ਹੋਇਆ, ਪਰ ਉਹ ਆਪਣੀ ਬਾਣੀ ਨਾ ਉਚਾਰਨ ਕਰ ਸਕੇ। ਜਦੋਂ ਤੋਂ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਆ ਕੇ ਉਹਨਾਂ ਨੂੰ ਜਿਹੜਾ ਹਨ ਇਹ ਸੱਤਾ ਦਿੱਤੀ, ਤਾਂ ਉਹਨਾਂ ਦੀ ਬਾਣੀ ਜਿਹੜੀ ਪ੍ਰਗਟ ਰੂਪ ਵਿੱਚ ਆਈ। ਇਹ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਹੈ ਕਿ ਉਹਨਾਂ ਨੇ ਇਹ ਬਾਣੀ ਨੂੰ ਪ੍ਰਗਟ ਕੀਤਾ। ਭੱਟਾਂ ਦੇ ਸਵਈਆਂ ਵਿੱਚ ਭੱਟ ਜਿਹੜੇ ਸਨ, ਉਹ ਜਿਹੜੇ 4 ਵੇਦਾਂ ਦੇ ਜਿਹੜੇ ਹਨ ਆਪ ਬਰਮਾ ਜਿਹੜਾ ਸੀਗਾ ਉਹ ਆਪ ਪ੍ਰਗਟ ਹੋ ਕੇ ਆਏ, ਤੇ ਉਹਨਾਂ ਦੀ ਬਾਣੀ ਵੀ ਪ੍ਰਗਟ ਹੋਈ ਜਦੋਂ ਗੁਰੂ ਅਰਜਨ ਦੇਵ ਜੀ ਨੇ ਪ੍ਰਗਟ ਕੀਤੀ। ਸੋ ਇਹ ਪ੍ਰਗਟ ਰੂਪ ਦੇ ਵਿੱਚ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਵਿੱਚ ਉਹ ਸਾਰੀ ਬਾਣੀ ਪ੍ਰਗਟ ਹੋਈ, ਤੇ ਇਹੀ ਪ੍ਰਗਟ ਬਾਣੀ ਨੂੰ ਅੱਜ ਆਪਾਂ ਆਪਣਾ ਗੁਰੂ, ਇਹੀ ਸਦੀਵੀ ਗੁਰੂ ਨੇ ਆਪਣੇ। ਫਰਕ ਸਿਰਫ ਇੰਨਾ ਹੈ, ਗੁਰੂ ਨਾਨਕ ਤੋਂ ਪਹਿਲਾਂ ਜਿਹੜਾ ਸ਼ਬਦ ਦਿਖਾਈ ਨਹੀਂ ਦਿੰਦਾ ਸੀ, ਅੱਜ ਉਹ ਸ਼ਬਦ ਨੂੰ ਲਿਖ ਕੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਪ੍ਰਗਟ ਰੂਪ ਵਿੱਚ ਉਸ ਨੂੰ ਜਿਹੜਾ ਹੈ ਐਨ ਦੁਨੀਆ ਦੇ ਅੱਗੇ ਜਿਹੜਾ ਹੈ ਉਹ ਜਿਹੜਾ ਹਨ ਪ੍ਰਗਟ ਰੂਪ ਵਿੱਚ ਆਪਣੇ ਆਪ ਨੂੰ ਇੱਕ ਸਦੀਵੀ ਰੂਪ ਗੁਰੂ ਨਾਨਕ ਨੇ ਦੇ ਦਿੱਤਾ। ਤੇ ਇਹੀ ਗੱਲ ਹੈ, ਅੱਜ ਵੀ ਜਿਹੜਾ ਹੈ ਗੁਰ ਚੇਲਾ ਚੇਲਾ ਗੁਰ ਹੋਈ, ਐਸੀ ਜਿਹੜੀ ਭਾਵਨਾ ਸਿੱਖਾਂ ਦੀ ਬਣੀ ਹੋਈ ਹੈ ਤੇ ਇਹੀ ਭਾਵਨਾ ਰਹੇਗੀ। ਗੁਰਮੁਖ ਸੁਖ ਫਲ ਸਹਿਜ ਕਰ, ਪਰਮ ਪਿਆਲਾ ਜਾਣ ਜਨੋਈ। ਗੁਰ ਚੇਲਾ ਚੇਲਾ ਗੁਰ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।